सत श्री अकाल विद्यार्थियों, ਆਪਾਂ +1 ਫਿਜ਼ਿਕਸ ਦੀਆਂ ਡਾਇਮੈਂਸ਼ਨਸ ਦੇ ਬਾਰੇ ਚਰਚਾ ਕਰਾਂਗੇ। ਸੋ ਸਭ ਤੋਂ ਪਹਿਲਾਂ ਦੇਖੋ ਆਪਾਂ ਲਿਖਿਆ ਮਾਸ m, ਲੈਂਥ l, ਟਾਈਮ t। ਸੋ ਮਾਸ ਜਿਵੇਂ ਕਿ ਪਤਾ ਆਪਾਂ ਤੱਕੜੀ 'ਚ ਤੋਲਦੇ ਹਾਂ, ਲੰਬਾਈ ਨੂੰ ਅਸੀਂ ਸਕੇਲ ਨਾਲ, ਫੀਤੇ ਨਾਲ ਜਾਂ ਕਿਸੇ ਹੋਰ ਢੰਗ ਨਾਲ ਨਾਪਦੇ ਹਾਂ, ਟਾਈਮ ਨੂੰ ਘੜੀ ਵਿੱਚ ਸਕਿੰਟ ਮਿੰਟ ਦੇ ਵਿੱਚ ਨਾਪਦੇ ਹਾਂ। ਸੋ ਇਹ ਅਸੀਂ ਇੱਥੇ ਇਹ ਦੱਸਣਾ ਕਿ ਅਸੀਂ ਜਿਹੜੀ ਚੀਜ਼ ਨੂੰ, ਜਿਹੜੀ ਫਿਜ਼ੀਕਲ ਕੁਆਂਟਿਟੀ ਨੂੰ ਅਸੀਂ ਨਾਪਣਾ ਆ, ਸੋ ਫਿਜ਼ੀਕਲ ਕੁਆਂਟਿਟੀ, ਸੋ ਅਸੀਂ ਫਿਜ਼ੀਕਲ ਕੁਆਂਟਿਟੀ ਨੂੰ ਮੇਜ਼ਰ ਕਰਦੇ ਹਾਂ। ਜਿਹੜੀ ਵੀ ਫਿਜ਼ੀਕਲ ਕੁਆਂਟਿਟੀ ਨੂੰ ਅਸੀਂ ਮੇਜ਼ਰ ਕਰਨਾ, ਉਹਦੇ ਮੇਜ਼ਰਮੈਂਟ ਦੇ ਵਿੱਚ ਮਾਸ ਕਿੰਨੀ ਵਾਰੀ ਆਊਗਾ, ਲੈਂਥ ਕਿੰਨੀ ਵਾਰੀ ਆਊਗੀ, ਟਾਈਮ ਕਿੰਨੀ ਵਾਰੀ ਆਊਗਾ। ਅਸੀਂ ਇੱਥੇ MKS ਸਿਸਟਮ ਹੀ ਰੱਖਦੇ ਪਏ ਹਾਂ ਹਲੇ। ਉਹਦੇ 'ਚ 3 ਜਾਣੇ ਹੀ ਹੁੰਦੇ ਆ, ਮਾਸ, ਲੈਂਥ ਤੇ ਟਾਈਮ। ਜੇ SI ਸਿਸਟਮ ਦੇ ਵਿੱਚ ਲਵਾਂਗੇ ਤਾਂ ਉੱਥੇ ਫਿਰ ਆਪਾਂ ਨੂੰ ਪਤਾ ਕਿ ਉਹ 7 ਜਾਣੇ ਜਿਹੜੇ ਹੁੰਦੇ ਆ, 7 ਜਮਾ 2 ਹੁੰਦੇ ਆ। ਸਪਲੀਮੈਂਟਰੀ ਵਿੱਚ ਹੁੰਦੇ ਆ ਐਂਗਲ, ਸੋਲਿਡ ਐਂਗਲ ਤੇ ਉਹ ਪਲੇਨ ਐਂਗਲ। ਸੋ ਉੱਥੇ ਫਿਰ ਆਪਣੇ ਕੋਲ ਅੰਪੀਅਰ ਵੀ ਆ ਜਾਊਗਾ, ਉੱਥੇ ਮੋਲ ਵੀ ਆ ਜਾਊਗਾ, ਕੈਲਵਿਨ ਵੀ ਆ ਜਾਊਗਾ, ਐਟਸੈਟਰਾ। ਸੋ ਇੱਥੇ ਆਪਾਂ ਜ਼ਿਆਦਾ ਮੋਟੇ ਤੌਰ ਤੇ ਮਾਸ, ਲੈਂਥ, ਟਾਈਮ ਹੀ ਲੈ ਕੇ ਚੱਲਾਂਗੇ। ਜਿੱਦਾਂ ਹੁਣ ਜਿਹੜਾ ਮਾਸ ਆ, ਮਾਸ ਵਿੱਚ ਸਿਰਫ ਮਾਸ ਹੀ ਹੁੰਦਾ ਆ, ਉਹਦੇ ਵਿੱਚ ਟਾਈਮ ਤਾਂ ਨਹੀਂ ਹੁੰਦਾ। ਜੇ ਮੈਂ ਤੁਹਾਨੂੰ ਕਹਾਂ ਕਿ ਦਾਲ ਲੈ ਕੇ ਆਣੀ ਆ, 10 ਕਿਲੋ ਦਾਲ ਖਰੀਦ ਕੇ ਲਿਆਓ, 10 ਕਿਲੋ ਸਬਜ਼ੀ ਖਰੀਦ ਕੇ ਲਿਆਓ, ਤਾਂ ਉਹਦੇ ਵਿੱਚ ਸਿਰਫ ਕਿਲੋਗ੍ਰਾਮ ਹੀ ਆਣੇ ਆ, ਵੀ ਇੰਨੇ ਕਿਲੋਗ੍ਰਾਮ। ਉਹ 'ਚ ਕੋਈ ਟਾਈਮ ਤਾਂ ਨਹੀਂ ਹੋਣਾ, ਵੀ ਟਾਈਮ ਜ਼ਰੂਰੀ ਦੱਸਣਾ ਪਊਗਾ। ਜੇ ਤੁਸੀਂ ਟਾਈਮ ਨਹੀਂ ਦੱਸਿਆ ਤਾਂ ਅਸੀਂ ਦਾਲ ਹੀ ਨਹੀਂ ਤੁਹਾਡੀ ਮੰਨਣੀ, ਵੀ ਤੁਸੀਂ ਗਲਤ ਦਾਲ ਲੈ ਆਏ। ਸੋ ਇੱਦਾਂ ਤਾਂ ਕੋਈ ਵੀ ਨਹੀਂ ਇਹਦੇ 'ਚ ਸਿਸਟਮ ਹੈਗਾ। ਨਾ ਇਹਦੇ 'ਚ ਲੰਬਾਈ ਆ, ਵੀ ਤੁਸੀਂ ਘਰੋਂ ਕਿੰਨੀ ਦੂਰ ਜਾਣਾ ਵਾ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਤੁਸੀਂ ਭਾਵੇਂ ਲੁਧਿਆਣਿਓਂ ਦਾਲ ਲੈ ਕੇ ਆਓ, ਦਿੱਲੀੋਂ ਦਾਲ ਲੈ ਕੇ ਆਓ, ਯੂਪੀ ਤੋਂ ਦਾਲ ਲੈ ਕੇ ਆਓ, ਉਹ ਤਾਂ ਉਨੇ ਕਿਲੋਗ੍ਰਾਮ ਹੀ ਰਹਿਣੀ ਆ। ਇਸ ਕਰਕੇ ਮਾਸ ਦੇ ਵਿੱਚ ਸਿਰਫ ਮਾਸ, m ਆਪਾਂ ਕਹਿੰਦੇ ਆ ਕਿ ਮਾਸ ਜਿਹੜਾ ਆ ਉਹ ਫੰਡਾਮੈਂਟਲ ਆ, ਉਹ m, ਕੱਲਾ m ਆ। ਇਹਦੀ ਲੰਬਾਈ ਜਿਹੜੀ ਆ ਉਹ ਕੱਲਾ l ਆ, ਟਾਈਮ ਜਿਹੜਾ ਆ ਉਹ ਕੱਲਾ t ਆ, ਕਿਉਂਕਿ ਇਹਨਾਂ ਦੇ ਵਿੱਚ ਕੁਝ ਹੋਰ ਨਹੀਂ ਆਉਂਦਾ। ਇੱਕ ਤਰ੍ਹਾਂ ਦੀ ABC ਆ ਸਾਡੀ। ਇਹ ਜਿੱਦਾਂ ABC ਵਿੱਚ A ਕਿੱਥੋਂ ਆਇਆ ਜੀ, A ਤਾਂ ਹੈਗਾ ਹੀ ਆ ਜੀ, ਹਨਾ। B ਕਿੱਥੋਂ ਆਇਆ, ਜਦੋਂ ਹੈਗਾ ਉਹ ਤਾਂ ਉੱਤੋਂ ਗੱਲ ਸ਼ੁਰੂ ਕਰਾਂਗੇ। ਇੱਦਾਂ ਹੀ MLT ਜਿਹੜੇ ਆ ਉਹ ਹੈਗੇ ਆ, ਇਹ ਇਕੱਲੇ ਇਕੱਲੇ ਆ, ਇਹਨਾਂ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨਹੀਂ ਹੈਗੇ। ਇਹਨਾਂ ਵਿੱਚ ਇੱਕ ਦੂਜੇ ਦੇ ਨਾਲ ਕੋਈ ਲਿੰਕ ਨਹੀਂ ਹੈਗਾ, ਇਕੱਲੇ ਇਕੱਲੇ ਆਪਾਂ ਇਹਨਾਂ ਨੂੰ ਮੰਨਦੇ ਹਾਂ। ਹੁਣ ਆਪਾਂ ਇਹਨਾਂ ਤਿੰਨਾਂ ਨੂੰ ਲੈ ਕੇ ਜਿਹੜੀਆਂ ਕੁਝ ਫਿਜ਼ੀਕਲ ਕੁਆਂਟੀਜ਼ ਹੁੰਦੀਆਂ, ਜਿਹੜੀਆਂ ਕਿ ਡਰਾਈਵਡ ਹੁੰਦੀਆਂ, ਸੋ ਦੇयर ਆਰ ਡਰਾਈਵਡ ਕੁਆਂਟੀਜ਼, ਡਰਾਈਵਡ ਉਹ ਵਾਲੀਆਂ ਫਿਜ਼ੀਕਲ ਕੁਆਂਟੀਜ਼ ਜਿਹੜੀਆਂ ਹੈਗੀਆਂ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਉਹਨਾਂ ਵਿੱਚ ਇਹ ਮਾਸ, ਲੈਂਥ, ਟਾਈਮ ਕਿਵੇਂ ਆਊਗਾ। ਡਰਾਈਵਡ ਕੁਆਂਟੀਜ਼ ਤੋਂ ਤੁਸੀਂ ਕੀ ਸਮਝ ਸਕਦੇ ਆ ਕਿ ਡਰਾਈਵਡ ਕੁਆਂਟੀਜ਼ ਜਿਹੜੀਆਂ ਹੁੰਦੀਆਂ ਉਹ, ਜਿੱਦਾਂ ਤੁਸੀਂ ABC ਸਿੱਖ ਲਈ, ABC ਸਿੱਖ ਲਈ, ਉਸ ਤੋਂ ਬਾਅਦ ਤੁਸੀਂ ਫਿਰ ਸਿੱਖਿਆ ਬੈਟ, ਐਮ, ਸੇ ਸਿੰਪਲੀ ਮੈਂ ਲਿਖਦਾ ਰੈਟ। ਹੋਰ ਵੀ ਔਖੇ ਸ਼ਬਦ ਵੀ ਤੁਸੀਂ ਜਿੱਦਾਂ ਡਰਾਈਵਡ ਹੀ ਲਿਖਿਆ ਵਾ, ਇਹ ਵੀ DERIVED ਤੋਂ ਲੈ ਕੇ ਲਿਖਿਆ, ਤੁਸੀਂ ਬੋਲੇ ABC ਵਿੱਚੋਂ ਅੱਖਰ ਲੈ ਕੇ ਲਿਖਿਆ। ਟਾਈਮ ਲਿਖਿਆ, ਟਾਈਮ ਵੀ ਤੁਸੀਂ ABC ਵਿੱਚੋਂ ਲੈ ਕੇ ਲਿਖਿਆ, 4 TIM ਤੇ E, ਇਹਨਾਂ ਨੂੰ ਆਪਸ 'ਚ ਜੋੜ ਕੇ ਲਿਖਿਆ। ਸੋ ਡਰਾਈਵਡ ਜਿਹੜੇ ਹੈਗੇ ਆ ਉਹ ਇਹਨਾਂ ਸਾਡੀ ਜਿਹੜੀ ਫਿਜ਼ਿਕਸ ਦੀ, ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਫਿਜ਼ਿਕਸ ਦੇ ਵਿੱਚ ਸਾਡੀ ABC ਆ, ਉਹ ਸਾਰੀ ਦੀ ਸਾਰੀ ਜਿਹੜੀ ABC ਆ ਉਹ ਆਪਾਂ ਸੋ ਉਹਦੇ ਵਿੱਚ ਆਪਣੇ ਕੋਲ ML ਤੇ T ਹੈਗਾ। ਸੋ ML ਤੇ T ਦੇ ਨਾਲ ਆਪਾਂ ਜਿਹੜਾ ਹੈਗਾ ਉਹ ਸਾਰਾ ਕੰਮ ਕਰਦੇ ਹਾਂ। ਸੋ ਉਹਨੂੰ ਸਾਡੀ ABC ਮੰਨਦੇ ਹਾਂ ਆਪਾਂ, ਉਹਨੂੰ ਚੀਜ਼ ਨੂੰ, ਵੀ ABC ਜਿਹੜੀ ਹੈਗੀ ਆ ਸਾਡੀ। ਸੋ ਲੈਟ ਮੀ ਕਲੀਅਰ ਦਿਸ ਆਲਸੋ। ਸੋ ਹੁਣ ਆਪਾਂ ਦੇਖਾਂਗੇ ਕਿ ਕੁਝ ਡਰਾਈਵਡ ਫਿਜ਼ੀਕਲ ਕੁਆਂਟੀਜ਼, ਜਿੱਦਾਂ ਕਿ ਸੇ ਆਪਣੇ ਕੋਲ ਸਿੰਪਲ ਵਾਲਾ ਏਰੀਆ, ਏਰੀਆ ਏਰੀਆ। ਸੋ ਏਰੀਆ ਜਿਹਨੂੰ ਤੁਸੀਂ ਖੇਤਰਫਲ ਕਹਿੰਦੇ ਆ,
ਇਹ ਕਾਹਦੇ ਬਰਾਬਰ ਹੁੰਦਾ ਵਾ ਜੇ ਤੁਹਾਨੂੰ ਪਤਾ ਹੋਵੇ ਤਾਂ ਮੰਨ ਲਓ ਆਹ ਇੱਕ ਤੁਹਾਡੇ ਕੋਲ ਇਦਾਂ ਦੀ ਚੌਰਸ ਕੋਈ ਚੀਜ਼ ਹੈ, ਸਕੁਅਰ ਆ ਮੰਨ ਲਓ, ਤੇ ਇਹਦੀ ਸਾਈਡ ਪਹਿਲੀ ਸਾਈਡ ਮੰਨ ਲਓ A ਆ, ਜੇ ਸਕੁਅਰ ਆ ਤਾਂ ਫਿਰ ਆ ਵੀ A ਹੀ ਹੋਣਾ। ਜੇ ਰੈਕਟੈਂਗਲ ਹੁੰਦੀ ਮੰਨ ਲਓ ਆ ਲੰਬੀ ਹੁੰਦੀ ਥੋੜੀ ਜੀ, ਆਹ ਥੋੜੀ ਲੰਬੀ ਹੁੰਦੀ ਤਾਂ ਫਿਰ ਤੁਸੀਂ ਕਹਿਣਾ ਸੀ ਇਹਦੀ ਜਿਹੜੀ ਲੰਬਾਈ ਆ ਉਹ B ਹੈਗੀ ਆ। ਤਾਂ ਏਰੀਆ ਲੈਣ ਲਈ ਤੁਸੀਂ A ਨੂੰ B ਨਾਲ ਗੁਣਾ ਕਰਨਾ ਸੀ, ਮਤਲਬ ਦੀ ਸਾਈਡ 1 ਨੂੰ ਸਾਈਡ 2 ਨਾਲ ਗੁਣਾ ਕਰਕੇ ਏਰੀਆ ਲੱਭਣਾ ਸੀ। ਇੱਦਾਂ ਜਿਹੜੀ ਤ੍ਰਿਕੋਣ ਹੁੰਦੀ ਆ, ਮੰਨ ਲਓ ਤੁਹਾਡੇ ਕੋਲ ਇੱਕ ਤ੍ਰਿਕੋਣ ਆ, ਇਹਦੇ ਵਿੱਚ ਤੁਹਾਨੂੰ ਹੀਰੋ ਫਾਰਮੂਲਾ ਹੁੰਦਾ ਵਾ, ਹੀਰੋ ਫਾਰਮੂਲਾ ਹੁੰਦਾ ਜਾਂ ਤੁਸੀਂ ਮੰਨ ਲਓ ਜੇ ਵਾਲੀ ਹਜੇ 'ਚ 90 ਡਿਗਰੀ ਦਾ ਕੋਣ ਹੋਵੇ, ਉਹ ਵਾਲੀ ਤ੍ਰਿਭੁਜ ਹੋਵੇ ਤਾਂ ਉਹਦੇ ਵਿੱਚ ਇੱਥੇ 90 ਡਿਗਰੀ ਦਾ ਮੰਨ ਲਓ ਕੋਣ ਹੈਗਾ ਤ੍ਰਿਭੁਜ ਦੇ ਵਿੱਚ, ਤਾਂ 1/2 ਲੰਬਾਈ ਗੁਣਾ ਬੇਸ ਤੇ ਉਹਦਾ ਪਰਪੈਂਡੀਕੂਲਰ, ਬੇਸ ਆਪਾਂ ਕਹਿ ਲਈਏ B ਤੇ ਪਰਪੈਂਡੀਕੂਲਰ, ਬੇਸ ਤੇ ਪਰਪੈਂਡੀਕੂਲਰ, ਆ ਬੇਸ ਆ ਆਧਾਰ ਆ ਤੇ ਆ ਪਰਪੈਂਡੀਕੂਲਰ ਆ, 90 ਡਿਗਰੀ ਵਾਲੀ ਟ੍ਰਾਇੰਗਲ ਆ। ਸੋ ਇਹਦੇ ਵਿੱਚ ਸਾਡੇ ਕੋਲ ਹਾਫ ਬੇਸ ਇਨਟੂ ਪਰਪੈਂਡੀਕੂਲਰ ਤੁਸੀਂ ਲਿਖਦੇ ਆ, ਮਤਲਬ ਇਹਦੇ ਵਿੱਚ ਇਹਨੂੰ ਤੁਸੀਂ ਜਿਵੇਂ ਨਾਪਾਂਗੇ ਤਾਂ ਆਪਾਂ ਮੰਨ ਲਵਾਂਗੇ 10 ਸੈਂਟੀਮੀਟਰ ਆ, ਜੇ ਅਸੀਂ ਇਹਨੂੰ ਨਾਪਾਂਗੇ ਇਹ ਮੰਨ ਲਓ ਹੈਗਾ 15 ਸੈਂਟੀਮੀਟਰ। ਇੱਦਾਂ ਇੱਥੇ ਤੁਸੀਂ A ਨੂੰ ਨਾਪੋਗੇ, ਤੁਸੀਂ ਕਹੋਗੇ ਜੀ A ਜਿਹੜਾ ਹੈਗਾ ਉਹ 5 ਸੈਂਟੀਮੀਟਰ ਆ, ਜਿਹੜਾ B ਹੈਗਾ ਜੀ ਉਹ 15 ਸੈਂਟੀਮੀਟਰ ਆ। ਤਾਂ ਤੁਸੀਂ ਕਿਹਨੂੰ ਗੁਣਾ ਕੀਤਾ, ਤੁਸੀਂ 5 ਸੈਂਟੀਮੀਟਰ ਨੂੰ 15 ਸੈਂਟੀਮੀਟਰ ਨਾਲ ਗੁਣਾ ਕੀਤਾ। ਇੱਥੇ ਤੁਸੀਂ 15 ਸੈਂਟੀਮੀਟਰ ਨੂੰ 10 ਸੈਂਟੀਮੀਟਰ ਨਾਲ ਗੁਣਾ ਕਰਕੇ 2 ਨਾਲ ਤਕਸੀਮ ਕੀਤਾ। ਅਸਲ ਵਿੱਚ ਜੇ ਅਸੀਂ ਏਰੀਆ ਦੀ ਗੱਲ ਕਰੀਏ ਤਾਂ ਅਸੀਂ ਇੱਕ ਲੰਬਾਈ ਨੂੰ ਦੂਸਰੀ ਲੰਬਾਈ ਨਾਲ, ਇੱਕ ਲੰਬਾਈ ਨੂੰ ਦੂਸਰੀ ਲੰਬਾਈ ਨਾਲ ਗੁਣਾ ਕੀਤਾ, ਲੈਂਥ ਇਨਟੂ ਬ੍ਰੈਡਥ ਕੀਤਾ ਬੇਸਿਕਲੀ, ਜਾਂ ਲੰਬਾਈ 1 ਤੇ ਲੰਬਾਈ 2, ਲੈਂਥ 1 ਲੈਂਥ 2, ਮਤਲਬ ਕਿ ਦੋਨੋਂ ਵਾਰੀ ਅਸੀਂ ਉਹਨੂੰ ਮੀਟਰ 'ਚ ਨਾਪਿਆ ਹੋਊਗਾ, ਇਹਨੂੰ ਵੀ ਮੀਟਰ 'ਚ ਨਾਪਿਆ ਹੋਊਗਾ ਜਾਂ ਸੈਂਟੀਮੀਟਰ 'ਚ ਨਾਪਿਆ ਹੋਊਗਾ। ਮਤਲਬ ਆਪਾਂ ਉਸ ਚੱਕਰ 'ਚ ਹੁਣ ਨਾ ਪਈਏ, ਬੇਸਿਕਲੀ ਅਸੀਂ SI ਸਿਸਟਮ ਜਿਹੜਾ ਲੈਣਾ ਹੁੰਦਾ, SI ਦੇ ਵਿੱਚ ਅਸੀਂ ਮੀਟਰ 'ਚ ਹੀ ਨਾਪਦੇ ਹਾਂ। ਇਸ ਕਰਕੇ ਅਸੀਂ ਮੰਨਦੇ ਕਿ ਲੰਬਾਈ ਜਿਹੜੀ ਅਸੀਂ ਮੀਟਰ 'ਚ ਨਾਪੀ ਹੋਣੀ ਆ। ਇਹਦਾ ਮਤਲਬ ਏਰੀਆ ਜੇ ਆਪਾਂ ਲਿਖਣਾ ਹੋਵੇ ਤਾਂ ਏਰੀਆ ਕਿਹਨੂੰ ਗੁਣਾ ਕਰਕੇ ਆਇਆ, ਇੱਕ ਲੰਬਾਈ ਨੂੰ ਤੇ ਦੂਜੀ ਲੰਬਾਈ ਨੂੰ ਗੁਣਾ ਕਰਕੇ ਆਇਆ। ਇਹਦਾ ਮਤਲਬ ਏਰੀਆ ਜਿਹੜਾ ਹੈਗਾ ਵਾ ਉਹ ਤੁਹਾਡੇ ਕੋਲ ਕੀ ਬਣ ਗਿਆ, ਉਹ ਬਣ ਗਿਆ L ਸਕੁਅਰ। ਸੋ ਏਰੀਆ ਕਮਸ ਆਊਟ ਟੂ ਬੀ L ਸਕੁਅਰ। ਇਹਦਾ ਮਤਲਬ ਏਰੀਆ ਦੀ ਜਿਹੜੀ ਡਾਇਮੈਂਸ਼ਨ ਆ ਉਹ L ਸਕੁਅਰ ਆ। ਇਹ 'ਚ ਮਾਸ ਨਹੀਂ ਆਉਂਦਾ, ਇਹਦੇ 'ਚ ਸਾਨੂੰ ਕੋਈ ਮਤਲਬ ਨਹੀਂ ਕਿਲੋਗ੍ਰਾਮ ਦਾ, ਕੋਈ ਲੈਣਾ ਦੇਣਾ ਨਹੀਂਗਾ। ਅਸੀਂ ਤੁਹਾਨੂੰ ਨਹੀਂ ਪੁੱਛਦੇ ਤੁਹਾਡਾ ਭਾਰ ਕਿੰਨਾ ਪਹਿਲੋਂ, ਫਿਰ ਅਸੀਂ ਪੁੱਛਾਂਗੇ ਜੀ ਏਰੀਆ ਕਿੰਨਾ। ਅਸੀਂ ਤੁਹਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਪੁੱਛਦੇ, ਅਸੀਂ ਸਿੰਪਲ ਇਹ ਪੁੱਛਦੇ ਕਿ ਏਰੀਆ L ਸਕੁਅਰ ਆ, ਮਤਲਬ ਦੋਨਾਂ ਨੂੰ ਗੁਣਾ ਕਰਨਾ ਪਊਗਾ। ਇੱਦਾਂ ਹੀ ਆਪਣੇ ਕੋਲ ਆ ਜਾਂਦਾ ਵੋਲਿਊਮ। ਸੋ ਵੀ ਹੈਵ ਵੋਲਿਊਮ, ਵੋਲਿਊਮ ਜਿਹਨੂੰ ਤੁਸੀਂ ਆਇਤਨ ਕਹਿੰਦੇ ਆ, ਆਇਤਨ। ਸੋ ਉਹ ਕੀ ਹੁੰਦਾ ਕਿ ਜਿੱਦਾਂ ਹੁਣ ਮੰਨ ਲਓ ਜੇ ਉੱਦਾਂ ਸਮਝਣਾ ਹੋਵੇ ਤਾਂ ਇੱਕ ਮੰਨ ਲਓ ਗਲਾਸ ਆ ਤੁਹਾਡੇ ਕੋਲ, ਤਾਂ ਉਹ ਗਲਾਸ ਦੇ ਵਿੱਚ ਕਿੰਨਾ ਪਾਣੀ ਭਰਦਾ, ਉਹਦਾ ਵੋਲਿਊਮ ਆ। ਸੋ ਗਲਾਸ ਜਿਹੜਾ ਹੈਗਾ ਉਹਦੇ ਵਿੱਚ ਕਿੰਨਾ ਪਾਣੀ ਭਰ ਸਕਦੇ, ਦੁੱਧ ਭਰ ਸਕਦੇ ਆ, ਜਾਂ ਦੁੱਧ ਤੁਸੀਂ ਖਰੀਦਣ ਜਾਂਦੇ ਆ ਜਦੋਂ, ਤਾਂ ਦੁੱਧ ਵਾਲਾ ਤੁਹਾਨੂੰ ਇਦਾਂ ਦੇ ਇੱਕ ਬਰਤਨ ਦੇ ਵਿੱਚ ਜਿਹੜਾ ਇਦਾਂ ਦਾ ਹੁੰਦਾ ਵਾ, ਕੁਛ ਇਹੋ ਜਿਹਾ ਬਰਤਨ ਹੁੰਦਾ ਉਹਦੇ ਕੋਲ, ਉਹਦੇ ਨਾਲ ਤੁਹਾਨੂੰ ਦੁੱਧ ਨਾਪ ਕੇ ਦਿੰਦਾ ਵਾ। ਸੋ ਇਹਨਾਂ ਨੂੰ ਅਸੀਂ ਨਾਪਾ, ਆਮ ਬੋਲ ਚਾਲ 'ਚ ਨਾਪਾ ਕਹਿ ਦਿੰਦੇ ਹਾਂ। ਸੋ ਇਹਦਾ ਮਤਲਬ ਇਹ ਜਿਹੜਾ ਨਾਪ ਕੇ ਦਿੰਦਾ ਉਹ ਵੋਲਿਊਮ ਆ, ਆਇਤਨ ਆ। ਮਤਲਬ ਕਿ ਇਹ ਕੀ ਹੁੰਦਾ ਕਿ ਕਿੰਨੀ ਚੀਜ਼ ਤੁਸੀਂ ਉਹ 'ਚ ਭਰ ਸਕਦੇ ਆ। ਸੋ ਇਹਨੂੰ ਤੁਸੀਂ ਆਮ ਜਿਹੜੇ ਪੜ੍ਹੇ ਹੋਏ ਫਾਰਮੂਲੇ ਮੈਥ ਵਿੱਚ ਉਹ ਇੱਦਾਂ ਦੇ ਪੜ੍ਹੇ ਹੋਏ ਆ ਕਿ ਮੰਨ ਲਓ ਤੁਹਾਡੇ ਕੋਲ ਇੱਕ ਆਹ ਇਹੋ ਜਿਹੀ ਕੋਈ ਚੀਜ਼ ਹੈਗੀ ਆ, ਇਹਨੂੰ ਅਸੀਂ ਆਮ ਤੌਰ 'ਤੇ ਕਿਊਬ ਕਹਿੰਦੇ ਹੁੰਦੇ ਆ। ਸੋ ਇਹ ਕਿਊਬ ਆ ਕੋਈ, ਸੋ ਦਿਸ ਇਜ਼ ਕਿਊਬ, ਜਿਹਦੀਆਂ ਤਿੰਨੋਂ ਸਾਈਡਾਂ ਲੰਬਾਈ ਚੌੜਾਈ ਉਚਾਈ, ਜਿੱਦਾਂ ਮੰਨ ਲਓ ਕਿ ਕਮਰਾ ਆ, ਕਮਰੇ ਦੀ ਲੰਬਾਈ ਉਚਾਈ ਚੌੜਾਈ ਆ। ਸੋ ਜੇ ਇਹਦੀ ਲੰਬਾਈ ਚੌੜਾਈ ਉਚਾਈ ਬਰਾਬਰ ਹੋਵੇ ਫਿਰ ਇਹ ਕਿਊਬ ਹੁੰਦਾ, ਨਹੀਂ ਤਾਂ ਇਹਨੂੰ ਕਿਊਬਾਇਡ ਕਹਿੰਦੇ ਆ, ਕਿਊਬਾਇਡ। ਸੋ ਨਹੀਂ ਤਾਂ ਇਹਨੂੰ ਘਨਾਵ ਕਹਿੰਦੇ ਆ, ਘਨਾਵ, ਹਨਾ। ਸੋ ਸਮਥਿੰਗ ਜੋ ਵੀ ਕਹਿੰਦੇ ਆ ਉਹ ਤੁਸੀਂ ਦੇਖ ਸਕਦੇ ਹੋ। ਸੋ ਮਤਲਬ ਇਦਾਂ ਦੀ ਚੀਜ਼ ਜਿਹਦੇ ਵਿੱਚ ਤੁਸੀਂ ਪਾਣੀ ਭਰ ਸਕਦੇ ਆ, ਹਵਾ ਭਰ ਸਕਦੇ ਆ, ਜਾਂ ਕੋਈ ਸਮਾਨ ਰੱਖ ਸਕਦੇ ਆ। ਮੀਨਸ ਉਹਦੇ ਤਿੰਨ ਪਾਸੇ ਆ, ਉਹਦੀਆਂ ਲੰਬਾਈ ਵੀ ਆ, ਉਹਦੀ ਚੌੜਾਈ ਵੀ ਆ ਤੇ ਉਹਦੀ ਉਚਾਈ ਵੀ ਹੈਗੀ ਆ। ਤਾਂ ਉਸ ਵੇਲੇ ਫਿਰ ਜਿਹੜਾ ਵੋਲਿਊਮ ਤੁਸੀਂ ਨਾਪਦੇ ਆ, ਸੋ ਵੋਲਿਊਮ ਨਾਪਣ ਲਈ ਤੁਹਾਡੇ ਕੋਲ ਜਿਹੜਾ ਫਾਰਮੂਲਾ ਵਾ ਉਹ ਲੈਂਥ ਗੁਣਾ ਬ੍ਰੈਡਥ ਗੁਣਾ ਹਾਈਟ ਹੁੰਦਾ ਵਾ। ਲੰਬਾਈਆਂ, ਤਿੰਨ ਲੰਬਾਈਆਂ ਨੂੰ ਗੁਣਾ ਕਰਕੇ ਆਉਂਦਾ ਹੁੰਦਾ। ਸੋ ਵੱਖਰੇ ਵੱਖਰੇ ਤੁਸੀਂ ਸਿਲੰਡਰ ਦਾ ਵੀ ਪੜ੍ਹਿਆ ਹੋਇਆ ਫਾਰਮੂਲਾ ਵੀ, ਜੇ ਇੱਕ ਬੇਲਨਾਕਾਰ ਤੁਹਾਡੇ ਕੋਲ ਕੋਈ ਚੀਜ਼ ਹੈਗੀ ਆ ਤਾਂ ਉਹਦੀ ਕਿੱਦਾਂ ਵੋਲਿਊਮ ਕੱਢਣਾ ਵਾ। ਤੁਸੀਂ ਆ ਸ਼ੰਕੂ ਦਾ ਵੀ, ਕੋਨ ਦਾ ਵੋਲਿਊਮ ਵੀ ਕੱਢਿਆ ਹੋਇਆ, ਜਾਂ ਆਈਸਕ੍ਰੀਮ ਦੇ ਕੋਨ ਵਰਗੀ ਕੋਈ ਚੀਜ਼ ਆ ਤਾਂ ਇਹਦਾ ਵੋਲਿਊਮ ਕਿੰਨਾ ਹੋਊਗਾ, ਇਹਦਾ ਵੀ ਤੁਸੀਂ ਫਾਰਮੂਲਾ ਸਿੱਖਿਆ ਹੋਇਆ ਆ। ਸੋ ਕਿਊਬ ਕਿਊਬਾਇਡ ਦੇ ਵੀ ਸਿੱਖੇ ਹੋਏ ਆ। ਸੋ ਇਹਨਾਂ ਵਿੱਚ ਤੁਹਾਨੂੰ ਪਤਾ ਕਿ ਜੇ ਆਪਾਂ ਸਿੰਪਲ ਹੀ ਗੱਲ ਕਰੀਏ ਤਾਂ ਤਿੰਨ ਲੰਬਾਈਆਂ ਗੁਣਾ ਹੁੰਦੀਆਂ ਇਹਦੇ ਵਿੱਚ। ਸੋ ਸਫੀਅਰ ਗੇਂਦ ਦਾ
भी तुसीं सिੱਖਿਆ होया भी गेंद का ਜਿਹੜਾ ਆ ਉਹ ਵੋਲੀਅਮ ਜੇ ਕੱਢਣਾ ਹੋਵੇ 4/3 ਪਾਈ ਆਰ ਕਿਊਬ, ਮਤਲਬ ਉੱਥੇ ਆਰ ਦੀ ਘਾਤ 3 ਆ ਜਾਂਦੀ ਆ, ਆਰ ਦੀ ਘਾਤ 3 ਕਿਸੇ ਜਗ੍ਹਾ ਤੇ ਆਰ ਸਕੁਅਰ ਐਚ ਆ ਜਾਂਦਾ ਵਾ। ਇਹਦੇ ਵਿੱਚ ਦੇਖੋ ਆ ਵੀ ਲੰਬਾਈ ਆ ਵੀ ਲੰਬਾਈ ਆ ਵੀ ਲੰਬਾਈ ਆ, ਸੋ ਇਹਦੇ 'ਚ ਸਿੱਧਾ ਹੀ ਆਰ 3 ਵਾਰੀ ਆ ਗਿਆ ਵਾ, ਮਤਲਬ ਇਹ ਵੀ ਲੰਬਾਈ ਆ ਵੀ ਲੰਬਾਈ ਆ ਵੀ ਲੰਬਾਈ, सो 3 वारी मतलब लंबाई आऊगी। सो वॉल्यूम जिहड़ा हैगा उह 'च 3 वारी चीज़ां नूं लंबाई नूं गुणा करना पऊगा। इहदा मतलब वॉल्यूम नूं जे असीं कहीए भी वॉल्यूम आऊगा कित्थों, तो असीं देखदे हां कि वॉल्यूम जिहड़ा हैगा उह लंबाई नूं लंबाई नाल गुणा करके 3 वारी फिर आऊगा। असीं एल दी पावर रेज़ टू द पावर 3, मतलब एल की घात 3 आपां इहनूं गल इदां लिखांगे, एल रेज़ टू द पावर 3 ये वॉल्यूम आ गया। इहदा वॉल्यूम दीयां डायमेंशनस एल 3 हो गईयां। सो इस तरह असी जिहड़ा हैगा एरिया जिहड़ा एल स्केयर हो गया, वॉल्यूम जिहड़ा हैगा अपने कोल एल क्यूब हो गया। सो इस तरीके नाल असी एरिया ते वॉल्यूम दीयां डायमेंशनस जिहड़ियां आ एल क्यूब पता कर लईआं। फिर आ जांदा अपने कोल मास ते वॉल्यूम दे संबंध विच की चीज़ आ, मास ते वॉल्यूम। हुण एक मास असीं विच लैके आईए, तो दिस इज डेंसिटी, डेंसिटी घनता जिन्हों कहने आ मास पर यूनिट वॉल्यूम, मास बटा वॉल्यूम, मास बटा वॉल्यूम। मास नूं हुण किद्दां नापांगे, मास तां एम ही आ कल्ला, ते वॉल्यूम हुणी असीं दस्सिया कि एल 3 हुंदा वा। इहदा मतलब अपने को बन गया एम एल माइनस 3। सो डिराइव्ड फिजिकल क्वांटिटीज़ आ, एरिया भी वॉल्यूम भी ते डेंसिटी भी। सो डेंसिटी किसी चीज़ की घनता हुंदी आ कि कोई चीज़ किन्नी उहदे च संघनी आ, किन्नियां चीज़ां टाइट टाइट हैगा उहदे च। जिद्दां हुण रूं आपां 1 किलो रूं लै लईए, तो रूं इन्ना बड़ा मान लो किलो रूं का खलारा जा इन्ना बड़ा होगा, तो वही किलो लोहा लै लईए तो किलो लोहा इन्ना होगा। सो ਇਹਦਾ मतलब कि लोहे की डेंसिटी जिहड़ी आ ज़्यादा आ, रूं की डेंसिटी जिहड़ी आ बहुत घट आ। ਜਿਹੜੇ ਉਹਦੇ ਪਾਰਟੀਕਲ ਆ ਬਹੁਤ ਦੂਰ ਆ ਇੱਕ ਦੂਸਰੇ ਤੋਂ, ਉਹਦੇ ਵਿੱਚ ਹਵਾ ਵੀ ਭਰੀ ਹੁੰਦੀ ਆ ਰੂਮ ਦੇ ਵਿੱਚ। ਸੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ ਕਿ ਡੈਂਸਿਟੀ ਜਿਹੜੀ ਆ ਉਹਨੂੰ ਸਮਝਣ ਲਈ ਕਿ 1 ਕਿਲੋ ਲੋਹਾ ਆ ਵੀ 1 ਕਿਲੋ ਆ, ਤੇ ਆ 1 ਕਿਲੋ ਰੂੰ ਆ, ਠੀਕ ਆ। ਕਾਟਨ ਜਿਹਨੂੰ ਤੁਸੀਂ ਕਹਿ ਸਕਦੇ ਰਜਾਈ ਵਿੱਚ ਭਰਿਆ ਹੁੰਦਾ, ਸਰਾਣੇ ਵਿੱਚ ਭਰਿਆ ਹੁੰਦਾ। ਸੋ ਰੂੰ ਜੇ ਲਾਉਂਗੇ ਤਾਂ ਉਹਨੂੰ ਕਿੰਨੀ ਬੜੀ ਥਾਂ ਚਾਹੀਦੀ ਆ, ਤੇ ਜੇ ਲੋਹਾ ਲਾਉਂਗੇ ਤਾਂ ਉਹ ਇੰਨੀ ਕੁ ਥਾਂ ਵਿੱਚ। ਤੱਕੜੀ ਦਾ ਲੋਹਾ ਕਿਲੋ ਬੱਟਾ ਤੁਸੀਂ ਦੇਖਿਆ ਹੀ ਆ। ਤੁਸੀਂ ਦੇਖਦੇ ਆ ਕਿ ਆਪਾਂ ਕਈ ਵਾਰੀ ਸਬਜ਼ੀ ਵੀ ਲੈ ਕੇ ਆਉਂਦੇ ਆ, ਕਿਲੋ ਸਬਜ਼ੀ ਘੱਟ ਹੁੰਦੀ ਆ ਕਈ ਵਾਰੀ। ਜਿੱਦਾਂ ਕੱਦੂ ਆ, ਕੱਦੂ ਦਾ ਕਿਲੋ ਬਹੁਤ 2-3 ਕਿਲੋ ਦਾ ਇੱਕ ਕੱਦੂ ਬਣ ਜਾਂਦਾ ਹੈਗਾ। ਤੇ ਉਹ ਜੇ ਤੁਸੀਂ ਆਲੂ ਪਿਆਜ਼ ਛੋਟੇ ਛੋਟੇ ਪਿਆਜ਼ ਲੈ ਕੇ ਆਓ, ਕਿੰਨੇ ਬੜੇ ਖਲਾਰਾ ਜਿਹਾ ਪੈ ਜਾਂਦਾ ਹੈਗਾ, ਲਿਫਾਫਾ ਭਰ ਜਾਂਦਾ। ਸੋ मतलब कि ਉਹਨੇ ਕਿੰਨਾ ਜਿਹੜਾ ਮਾਸ ਆ ਉਹ ਕਿੰਨੇ ਵੋਲੀਅਮ ਵਿੱਚ ਆਇਆ ਹੋਇਆ ਆ। ਸੋ ਇਹ ਵਾਲੀ ਜਿਹੜੀ ਚੀਜ਼ ਆ ਉਹ ਅਸੀਂ ਡੈਂਸਿਟੀ ਦੇ ਨਾਲ ਰਿਪਰੈਜ਼ੈਂਟ ਕਰਦੇ ਆ, ਤੁਸੀਂ ਪੜ੍ਹੀ ਵੀ ਹੋਈ ਆ, ਤੇ मेरे ख्याल है गल तुसीं समझ गए होने आ। दैन यू हैव हुण असीं चलदे आ कि टाइम ते लंबाई का की संबंध आ। सो टाइम ते लंबाई का की संबंध आ, जिद्दां हुण तुहानूं पता कि स्पीड जिहड़ी हैगी आ, स्पीड जिहड़ी हुंदी आ वो डिस्टेंस ओवर टाइम हुंदी आ, डिस्टेंस ओवर टाइम हुंदी आ, डिस्टेंस ओवर टाइम। सो डिस्टेंस ओवर टाइम मतलब लंबाई बटा टाइम, ये बन गया एल टी माइनस, मतलब लंबाई 1 बारी आती है तो टाइम माइनस 1 बारी आता है। सो इस तरह ये स्पीड दियां डायमेंशनस बन गई। सो फिलहाल मैं थोनों फार्मूले तो ही थोनों ड्राइव करना दसदा पिया वां। इदां साडे कोल वेलोसिटी भी बेसिकली डिसप्लेसमेंट बटा टाइम हुंदी है। डिसप्लेसमेंट भी कल्ली लंबाई है, कितनी दूर गए, सीधी लाइन च कितनी दूर गए, वो डिसप्लेसमेंट हुंदी है। इत्थों ऐ करके इदां उदां करके इदां 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 करके इत्थे पहुंचे, तो आ जिहड़ा आह सारा टेढ़ा मेढ़ा आ सारा रस्ता तुसीं नापिया नुपिया, ये कितना लंबा बनया, ये डिस्टेंस है, दूरी आ। पर जिहड़ी डिसप्लेसमेंट आ वो इत्थों लैके इत्थे तक सीधी लकीर विच आ। सो ये डिसप्लेसमेंट हुंदी वो भी दूरी हुई आ। सो वेलोसिटी जिहड़ी आ डिसप्लेसमेंट बटा टाइम हुंदी आ, उहदे च भी एल टी माइनस 1 ही आना आ। सो वेलोसिटी का फार्मूला भी इत्थे डिस्टेंस की थां ते डिसप्लेसमेंट आ जांदा वा, एल टी माइनस 1 ही आ भी फार्मूला। सो स्पीड भी तो वेलोसिटी भी दोनों का फार्मूला सेम आ। इदां अपने को आ जाता है एक्सलरेशन प्रवेग जिन्हों तुसीं कहने आ, स्पीड नूं तुसीं चाल कहने आ, वेलोसिटी नूं वेग कहने आ, एक्सलरेशन नूं प्रवेग कहने आ। तो एक्सलरेशन हुंदा वा वेलोसिटी बटा टाइम, वेलोसिटी बटा टाइम। हुण वेलोसिटी का असीं हिसाब लाया एल टी माइनस 1, तो टाइम का की आ टाइम, एल टी माइनस 2 बन गया है।
सो इस तरह एक्सेलरेशन दी जिहड़ियां डिमेंशनस आ LT माइनस 2 बन गई। सो इस तरह असी थोड़िया जिहियां डिमेंशनस के बारे जानकारी प्राप्त की आ, बाकी कुछ एक दे बारे फिर दोबारा जानकारी लवांगे। सो इत्थे जिहड़ी समझण वाली गल आ वो ये हैगी आ कि जदों भी असी डिमेंशनस लिखनिया, मैं इत्थे तो जस्ट मैं तुहानूं करके दिखाया हैगा, असल विच इहदा लिखण दा एक तरीका हुंदा। असी इहनूं इदां लिखदे हां, असी लिखदे हां A मतलब एक्सेलरेशन, इहदे नाल आह चौरस ब्रैकेट पाने आ, बराबर लिखदे हां बराबर, ਇਹਦੇ ਨਾਲ M किन्ना आया, HL किन्ना आया, HT किन्ना आया, सारे दसने। ਜਿਹੜਾ कोई नहीं आंदा ਉਹਨੂੰ 0 कर देना, ਕਿਸੇ ਦੀ भी घात 0 1 ਹੁੰਦਾ ਵਾ, ਕਿਸੇ ਦੀ भी घात 0, ਤੁਸੀਂ ਮੰਨ ਲਓ 5 ਦੀ घात 0 कर दो तो 5 ਦੀ घात 0 ਹੁੰਦਾ, 100 ਦੀ घात 0 कर दो वो भी 1 ही ਹੁੰਦਾ, X ਦੀ घात 0 कर दो वो भी 1 ही ਹੁੰਦਾ, क्योंकि M है नहीं गा, ਇਹਦੇ ਚ LT माइनस 2 आ, L ਜਿਹਦੀ घात ਤੁਸੀਂ ਲਿਖਦੇ ਨਹੀਂ ਉਹ ਆਟੋਮੈਟਿਕਲੀ ਜਿੱਦਾਂ Y ਲਿਖਤਾ, ਇਹਦਾ ਮਤਲਬ ਇਹਦੀ ਘਾਤ 1 ਹੈਗੀ ਹੋਈ, ਆਪਾਂ ਨੂੰ ਲਿਖਣ ਦੀ ਲੋੜ ਨਹੀਂ ਹੈਗੀ, ਅਸੀਂ Y 1 ਹੈਗਾ, Y ਦੀ ਘਾਤ 1 ਆ, ਮੰਨ ਲਓ T ਲਿਖਿਆ, T ਦੀ ਘਾਤ 1 ਆ, ਉਹ ਲਿਖਣ ਦੀ ਲੋੜ ਨਹੀਂ ਹੁੰਦੀ। ਮੰਨ ਲਓ Z ਲਿਖਦੇ ਆ ਤੁਸੀਂ Z, ਇਹਦਾ ਮਤਲਬ ਇਹਦੀ ਘਾਤ 1 ਹੈਗੀ ਆ, ਉਹ ਲਿਖਣ ਦੀ ਲੋੜ ਨਹੀਂ ਹੁੰਦੀ। ਇਹਦੀ L1, ਇੱਥੇ L1 ਨਾ ਲਿਖਣਾ ਲਿਖ ਦੋ, ਨਹੀਂ ਲਿਖਣਾ ਨਾ ਲਿਖੋ, क्योंकि 1 आ 1 ओके आ, पर जे वो नहीं हैगा फिर 0 लिखना जरूरी आ। इधर T कितना वा 2 माइनस 2, सो M0 L1 T माइनस 2। सो बोलन लगे आप इस तरह बोलांगे, सो दिस इज L, इतने 1 आ जाऊगा, लिख लो, सो ML1 T माइनस 2। आ तरीका मतलब चौरस ब्रैकेट पानी आ दोनों पासे, ए दे इधरले पासे भी, ए दे इधरले पासे भी आह चौरस ब्रैकेट पाई आ, देखो चौरस ब्रैकेट आ वाली नीले रंग नाल मैं पा रहा द्वारा, इधर भी चौरस ब्रैकेट पानी जरूरी है, आ वाली चौरस ब्रैकेट, ठीक है। सो दिस इज ब्रैकेट। सो अच्छा इनू जे आपां आ गोल ब्रैकेट है, इनू पैरेंथेसिस कहंदे आ, इनू ब्रेसिस कहंदे आ, जिहड़ी आ वाली ब्रैकेट आ इनू ब्रैकेट कहंदे आ, ठीक है। सो ये गल जे किते अखर आया तो याद रखना वा। सो यू हैव दिस ए, मतलब किसी दी भी डिमेंशनस लिखनिया, मान लो तुसीं हुण वेलोसिटी दी डिमेंशनस लिखनिया, से वेलोसिटी, सो इनू तुसीं इदां लिखोगे, वेलोसिटी बराबर L ब्रैकेट पा के L T माइनस 1, पर मैं इत्थे M नहीं लिखा, पर आपां नूं टैक्नीकली इत्थे लिखना वा M0, L कितना 1, सो M0 L1 T माइनस 1। सो ये वेलोसिटी दीयां डिमेंशनस बन गईयां। इदां ही एक्सेलरेशन दीयां डिमेंशनस मैं हुणे लिखियां आ, एरिया दीयां डिमेंशनस मान लो मैं उन्होंने बड़ा ए लिख दिना, सो बड़ा ए मतलब एरिया, दिस इज इक्वल टू, ਇਹਦੇ ਵਿੱਚ M नहीं सी आया 0 सीगा, L नहीं सी आया, L आया सीगा, L 2 बारी आया सी, ते टाइम भी नहीं सी आया, L टाइम 0 सीगा। सो ਇਹਦੀਆਂ ਡਿਮੈਂਸ਼ਨਸ ਇਹ ਬਣ ਗਈਆਂ। ਵੋਲਿਊਮ ਦੀਆਂ ਡਿਮੈਂਸ਼ਨਸ ਕੀ ਬਣ ਗਈਆਂ, ਵੋਲਿਊਮ ਦੀਆਂ ਡਿਮੈਂਸ਼ਨਸ V ਵੱਡਾ ਲਿਖ ਲਓ, ਉਹ ਮੌਕੇ ਤੇ ਤੁਹਾਨੂੰ ਪਤਾ ਹੁੰਦਾ ਕਿ V ਵੈਲੋਸਿਟੀ ਲਿਖਣਾ ਕਿ V ਵੋਲਿਊਮ ਲਿਖਣਾ ਵਾ, ਉਹ ਕਿਹੜੀ ਗੱਲ ਚੱਲਦੀ ਹੁੰਦੀ ਉਹ ਆਪਾਂ ਨੂੰ ਪਤਾ ਹੁੰਦਾ ਵਾ ਵੀ ਕਿਹਦੇ ਬਾਰੇ ਗੱਲ ਚੱਲਦੀ ਆ। ਸੋ ਇਹ 'ਚ ਵੀ M ਨਹੀਂ ਆਣਾ ਸੀਗਾ, ਲੰਬਾਈ 3 ਵਾਰੀ ਆਣੀ ਸੀਗੀ, टाइम 0 वारी आना सीगा। सो इस तरीके नाल अपने कोल ये वॉल्यूम दी डिमेंशनस है। सो इस तरह असी ब्रीफली बिल्कुल सिंपल जी डिमेंशनस के बारे जानकारी प्राप्त की, तो मैनूं लगदा कि तुहानूं समझ लग गया होगा। थैंक यू।